ਬਾਪੂ ਜੀ, ਤੁਹਾਡੀ ਤਾਂ ਉਮਰ ਲੰਘ ਗਈ। ਤੁਸੀਂ ਤਾਂ ਜੋ ਕਰਨਾ ਸੋ ਕਰੋ, ਪਰ ਇਸ ਵਿਚਾਰੇ ਛੋਟੇ ਜਿਹੇ ਜਵਾਕ ਦੇ ਕੇਸ ਰੱਖ ਕੇ ਕਿਉਂ ਇਹਨੂੰ ਪਰੇਸ਼ਾਨ ਕਰ ਰਹੇ ਹੋ? ਓ ਬਾਬਾ ਜੀ, ਰੱਬ ਨੇ ਇਹਦੇ ਕੇਸ ਕਿਵੇਂ ਰੱਖੇ ਨੇ? ਦੱਸੋ, ਤੁਸੀਂ ਕੇਸ ਕਿਉਂ ਕੱਟਦੇ ਹੋ? ਜੇ ਰੱਬ ਨੇ ਤੁਹਾਨੂੰ ਕੇਸ ਦਿੱਤੇ ਹਨ ਤਾਂ ਤੁਸੀਂ ਕੇਸ ਕੱਟਦੇ ਕਿਉਂ ਹੋ? ਤੁਹਾਨੂੰ ਕਿਵੇਂ ਪਤਾ ਕਿ ਕੇਸ ਰੱਖਣੇ ਰੱਬ ਦੀ ਮਰਜ਼ੀ ਹੈ? ਕਿ ਰੱਬ ਤੁਹਾਨੂੰ ਦੱਸ ਕੇ ਗਿਆ ਹੈ ਕਿ ਕੇਸ ਰੱਖਣੇ ਮੇਰਾ ਹੁਕਮ ਹੈ? ਨਾ, ਤੁਸੀਂ ਦੱਸੋ ਕਿ ਵਾਹਿਗੁਰੂ ਜੀ ਤੁਹਾਨੂੰ ਕਹਿ ਕੇ ਗਏ ਨੇ ਕਿ ਕੇਸ ਕੱਟਿਆ ਕਰੋ? ਸਤਿ ਸ੍ਰੀ ਅਕਾਲ ਬਾਪੂ ਜੀ, ਕੀ ਹਾਲ ਹੈ ਤੁਹਾਡਾ? ਸਤਿ ਸ੍ਰੀ ਅਕਾਲ। ਗੁਰੂ ਸਾਹਿਬ ਦੀ ਕਿਰਪਾ ਹੈ, ਅਸੀਂ ਚੜ੍ਹਦੀ ਕਲਾ ਵਿੱਚ ਹਾਂ। ਬਾਪੂ ਜੀ, ਤੁਹਾਡੀ ਤਾਂ ਉਮਰ ਲੰਘ ਗਈ। ਤੁਸੀਂ ਤਾਂ ਜੋ ਕਰਨਾ ਸੋ ਕਰੋ, ਪਰ ਇਸ ਵਿਚਾਰੇ ਛੋਟੇ ਜਿਹੇ ਜਵਾਕ ਦੇ ਕੇਸ ਰੱਖ ਕੇ ਕਿਉਂ ਇਹਨੂੰ ਪਰੇਸ਼ਾਨ ਕਰ ਰਹੇ ਹੋ? ਭਾਈ, ਅਸੀਂ ਤਾਂ ਇਸ ਦੇ ਕੇਸ ਨਹੀਂ ਰੱਖੇ, ਇਹ ਤਾਂ ਅਕਾਲ ਪੁਰਖ ਨੇ ਰੱਖੇ ਹਨ। ਭਾਈ, ਤੇਰਾ ਤਾਂ ਸਵਾਲ ਹੀ ਗਲਤ ਹੈ। ਓ ਬਾਬਾ ਜੀ, ਰੱਬ ਨੇ ਇਹਦੇ ਕੇਸ ਕਿਵੇਂ ਰੱਖੇ ਨੇ? ਨਾਲੇ ਇਹ ਦੱਸੋ ਕਿ ਸਾਡਾ ਸਵਾਲ ਕਿਵੇਂ ਗਲਤ ਆ? ਹੋਰ ਭਾਈ, ਕੇਸ ਅਸੀਂ ਰੱਖੇ ਨੇ। ਕੇਸ ਤਾਂ ਸਰੀਰ ਨਾਲ ਜੰਮਦੇ ਹੀ ਅਕਾਲ ਪੁਰਖ ਦੇ ਹੁਕਮ ਵਿੱਚ ਲੱਗੇ ਹੁੰਦੇ ਨੇ। ਜਿਵੇਂ ਅਸੀਂ ਇਸ ਬੱਚੇ ਦੀਆਂ ਲੱਤਾਂ ਬਾਹਾਂ ਨਹੀਂ ਰੱਖੀਆਂ, ਉਵੇਂ ਹੀ ਅਸੀਂ ਇਸ ਦੇ ਕੇਸ ਵੀ ਨਹੀਂ ਰੱਖੇ। ਅਕਾਲ ਪੁਰਖ ਦੇ ਹੁਕਮ ਵਿੱਚ ਹੀ ਸਰੀਰ ਦੇ ਕਿਸੇ ਹਿੱਸੇ ਵਿੱਚ ਕੇਸ ਹੁੰਦੇ ਨੇ ਤੇ ਕਿਸੇ ਹਿੱਸੇ ਵਿੱਚ ਨਹੀਂ ਹੁੰਦੇ। ਰੱਬ ਦੇ ਹੁਕਮ ਵਿੱਚ ਹੀ ਕੇਸ ਵੱਧਦੇ ਨੇ ਤੇ ਹੁਕਮ ਵਿੱਚ ਹੀ ਵਧਣੋਂ ਰੁਕ ਜਾਂਦੇ ਹਨ। ਇਹ ਦੱਸੋ ਕਿ ਅਸੀਂ ਕਿਵੇਂ ਇਸ ਬੱਚੇ ਦੇ ਕੇਸ ਰੱਖੇ ਨੇ? ਚਲੋ, ਹੁਕਮ ਦੀ ਗੱਲ ਤਾਂ ਫੇਰ ਕਰਦੇ ਹਾਂ। ਇਹ ਦੱਸੋ ਕਿ ਸਾਡਾ ਸਵਾਲ ਕਿਵੇਂ ਗਲਤ ਸੀ? ਤੁਹਾਡਾ ਸਵਾਲ ਸੀ ਕਿ ਬਾਪੂ ਜੀ ਨੇ ਮੇਰੇ ਕੇਸ ਕਿਉਂ ਰੱਖੇ ਨੇ। ਸਵਾਲ ਇਸ ਕਰਕੇ ਗਲਤ ਹੈ ਕਿਉਂਕਿ ਸਵਾਲ ਤਾਂ ਇਹ ਹੋਣਾ ਚਾਹੀਦਾ ਹੈ ਕਿ ਤੁਸੀਂ ਤਿੰਨਾਂ ਨੇ ਕੇਸ ਕੱਟੇ ਕਿਉਂ ਨੇ। ਮੇਰੇ ਕੇਸ ਤਾਂ ਵਾਹਿਗੁਰੂ ਜੀ ਨੇ ਦਿੱਤੇ ਹਨ, ਜਿਸ ਕਰਕੇ ਮੈਂ ਰੱਖੇ ਹਨ। ਤੁਸੀਂ ਦੱਸੋ ਕਿ ਤੁਸੀਂ ਕੇਸ ਕੱਟੇ ਕਿਉਂ ਨੇ, ਜਦ ਕਿ ਵਾਹਿਗੁਰੂ ਜੀ ਦੀ ਮਰਜ਼ੀ ਹੈ ਕਿ ਇਨਸਾਨ ਨੇ ਕੇਸ ਨਹੀਂ ਕੱਟਣੇ। ਤੁਹਾਨੂੰ ਕਿਵੇਂ ਪਤਾ ਕਿ ਕੇਸ ਰੱਖਣੇ ਰੱਬ ਦੀ ਮਰਜ਼ੀ ਹੈ? ਕਿ ਰੱਬ ਤੁਹਾਨੂੰ ਦੱਸ ਕੇ ਗਿਆ ਹੈ ਕਿ ਕੇਸ ਰੱਖਣੇ ਮੇਰਾ ਹੁਕਮ ਹੈ? ਨਾ, ਤੁਸੀਂ ਦੱਸੋ ਕਿ ਵਾਹਿਗੁਰੂ ਜੀ ਤੁਹਾਨੂੰ ਕਹਿ ਕੇ ਗਏ ਨੇ ਕਿ ਕੇਸ ਕੱਟਿਆ ਕਰੋ। ਦੱਸੋ, ਤੁਸੀਂ ਕੇਸ ਕਿਉਂ ਕੱਟਦੇ ਹੋ? ਜੇ ਰੱਬ ਨੇ ਤੁਹਾਨੂੰ ਕੇਸ ਦਿੱਤੇ ਹਨ ਤਾਂ ਤੁਸੀਂ ਕੇਸ ਕੱਟਦੇ ਕਿਉਂ ਹੋ? ਓਏ ਆੜੀ, ਇਹ ਤਾਂ ਬੜਾ ਤਿੱਖਾ ਮੁੰਡਾ ਆ। ਦਿਓ ਜਵਾਬ ਇਹਨੂੰ ਹੁਣ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਸਿੰਘਾਂ ਨਾਲ ਪੰਗਾ ਕਦੇ ਵੀ ਭੁੱਲ ਕੇ ਨਹੀਂ ਲਈਦਾ, ਪਰ ਤੁਸੀਂ ਡੰਗਰ ਹੋ ਸਿਰੇ ਦੇ, ਕੋਈ ਗੱਲ ਨਹੀਂ ਮੰਨਦੇ। ਚੁੱਪ ਕਰ ਓਏ, ਕਿਉਂ ਐਵੇਂ ਬਕੜਵਾ ਕਰੀ ਜਾਂਦਾ ਹੈ? ਮੈਨੂੰ ਗੱਲ ਕਰ ਲੈਣ ਦੇ। ਬਾਪੂ, ਤੂੰ ਦੱਸ, ਤੇਰੇ ਕੋਲ ਕੀ ਸਬੂਤ ਹੈ ਕਿ ਕੇਸ ਰੱਖਣੇ ਰੱਬ ਦਾ ਹੁਕਮ ਹੈ? ਤੇਰੇ ਸਵਾਲ ਦਾ ਜਵਾਬ ਦੇਣ ਲਈ ਅਸੀਂ ਤੈਨੂੰ ਇੱਕ ਛੋਟੀ ਜਿਹੀ ਮਿਸਾਲ ਦਿੰਦੇ ਹਾਂ। ਠੀਕ ਹੈ, ਸੁਣਾਓ, ਪਰ ਖਿਆਲ ਰੱਖਿਓ ਕਿ ਹੁਣ ਛੋਟੀ ਜਿਹੀ ਮਿਸਾਲ ਦਿਓ, ਪੂਰਾ ਨਾਵਲ ਨਾ ਸੁਣਾਉਣ ਲੱਗ ਪਿਓ। ਇਹ ਤਾਂ ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਹੈ, ਜਿਸ ਨੂੰ ਸੁਣ ਕੇ ਤੁਹਾਨੂੰ ਗੱਲ ਸਮਝ ਆ ਜਾਵੇਗੀ। ਕਿਸੇ ਪਿੰਡ ਵਿੱਚ ਇੱਕ ਕਾਮਾ ਰੋਜ਼ ਡੰਗਰਾਂ ਨੂੰ ਜੰਗਲ ਵਿੱਚ ਚਰਾਉਣ ਲਈ ਲੈ ਕੇ ਜਾਂਦਾ ਸੀ। ਉੱਥੇ ਇੱਕ ਪਾਸੇ ਖੂਹ ਸੀ, ਜਿਸ ਕਰਕੇ ਕਾਮਾ ਡੰਗਰਾਂ ਨੂੰ ਉੱਧਰ ਨਹੀਂ ਸੀ ਜਾਣ ਦਿੰਦਾ। ਜਦੋਂ ਵੀ ਕੋਈ ਪਸ਼ੂ ਉੱਧਰ ਜਾਂਦਾ ਸੀ, ਉਹ ਡਾਂਗ ਮਾਰ ਕੇ ਪਸ਼ੂ ਨੂੰ ਵਰਜ ਦਿੰਦਾ ਸੀ। ਬਹੁਤੇ ਡੰਗਰਾਂ ਨੂੰ ਸਮਝ ਆ ਗਈ, ਪਰ ਇੱਕ ਡੰਗਰ ਬਾਰ-ਬਾਰ ਫੇਰ ਉੱਧਰ ਹੀ ਜਾਈ ਜਾਂਦਾ ਸੀ ਤੇ ਬਾਰ-ਬਾਰ ਕੁੱਟ ਵੀ ਖਾਈ ਜਾਂਦਾ ਸੀ। ਆਖਿਰ ਉਹ ਡੰਗਰ ਖੂਹ ਵਿੱਚ ਜਾ ਡਿੱਗਿਆ। ਉਹ ਬਹੁਤ ਜ਼ਖਮੀ ਹੋ ਗਿਆ। ਉਸ ਨੂੰ ਬਾਹਰ ਕੱਢਿਆ ਗਿਆ ਤਾਂ ਉਸਦੇ ਬਹੁਤ ਸੱਟਾਂ ਲੱਗੀਆਂ ਸੀ। ਰਾਤ ਨੂੰ ਉਹ ਜਦੋਂ ਆਪਣੇ ਡੇਰੇ ਵਿੱਚ ਸੀ ਤਾਂ ਉਸ ਡੰਗਰ ਦੇ ਦੋਸਤ ਡੰਗਰ ਨੇ ਪੁੱਛਿਆ ਕਿ ਜਦ ਮਾਲਕ ਦਾ ਹੁਕਮ ਸੀ ਕਿ ਉਸ ਪਾਸੇ ਨਹੀਂ ਜਾਣਾ ਤਾਂ ਤੂੰ ਕਿਉਂ ਗਿਆ? ਜ਼ਖਮੀ ਡੰਗਰ ਕਹਿੰਦਾ, ਮੈਨੂੰ ਕੀ ਪਤਾ ਸੀ ਕਿ ਮਾਲਕ ਦਾ ਹੁਕਮ ਇਹ ਸੀ ਕਿ ਉੱਧਰ ਨਹੀਂ ਜਾਣਾ।
ਸਿਆਣਾ ਡੰਗਰ ਕਹਿਣ ਲੱਗਿਆ, ਓਏ ਭਲਿਆ, ਜੇ ਮਾਲਕ ਦਾ ਹੁਕਮ ਤੈਨੂੰ ਐਨੇ ਡੰਡੇ ਖਾ ਕੇ ਵੀ ਸਮਝ ਨਹੀਂ ਆਇਆ ਤਾਂ ਅਸੀਂ ਕੀ ਕਰ ਸਕਦੇ ਹਾਂ। ਜ਼ਖਮੀ ਡੰਗਰ ਅੱਗੋਂ ਮੂਰਖਾਂ ਵਾਂਗ ਬਿੱਟ-ਬਿੱਟ ਤੱਕਣ ਲੱਗ ਪਿਆ। ਕਿਉਂ ਬਈ, ਸਮਝ ਆਈ ਕੁਛ? ਪਤਾ ਨਹੀਂ ਤੁਸੀਂ ਕੀ ਪਹੇਲੀਆਂ ਜੀਆਂ ਪਾ ਰਹੇ ਹੋ। ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਅਸੀਂ ਡੰਗਰ ਆ? ਨਹੀਂ ਭਾਈ, ਮੈਂ ਤੁਹਾਨੂੰ ਡੰਗਰ ਨਹੀਂ ਕਿਹਾ, ਬਲਕਿ ਮੈਂ ਤਾਂ ਬਸ ਤੁਹਾਡੇ ਸਵਾਲ ਦਾ ਜਵਾਬ ਦਿੱਤਾ ਕਿ ਸਾਨੂੰ ਕਿਵੇਂ ਪਤਾ ਲੱਗੇ ਕਿ ਰੱਬ ਕੇਸ ਮਨਾਉਣ ਤੋਂ ਮਨਾ ਕਰਦਾ ਹੈ। ਸਾਨੂੰ ਕੁਝ ਵੀ ਨਹੀਂ ਸਮਝ ਆਈ ਕਿ ਤੁਸੀਂ ਕੀ ਕਹਿ ਰਹੇ ਹੋ। ਜਦੋਂ ਡੰਗਰ ਖੂਹ ਵਾਲੇ ਪਾਸੇ ਜਾਂਦੇ ਸੀ ਤਾਂ ਉਹਨਾਂ ਦੇ ਪ੍ਰੈਣੀ ਪੈਂਦੀ ਸੀ। ਸਿਆਣੇ ਡੰਗਰ ਸਮਝ ਗਏ ਕਿ ਮਾਲਕ ਦਾ ਹੁਕਮ ਹੈ ਕਿ ਖੂਹ ਵਾਲੇ ਪਾਸੇ ਨਹੀਂ ਜਾਣਾ, ਪਰ ਇੱਕ ਮੂਰਖ ਡੰਗਰ ਐਸਾ ਸੀ ਜਿਸ ਨੇ ਪਤਾ ਨਹੀਂ ਕਿੰਨੀਆਂ ਪ੍ਰੈਣੀਆਂ ਖਾਧੀਆਂ, ਪਰ ਉਸ ਨੂੰ ਸਮਝ ਨਹੀਂ ਆਈ। ਇਸ ਕਾਰਨ ਉਸ ਦੇ ਸੱਟਾਂ ਵੀ ਲੱਗੀਆਂ, ਪਰ ਫੇਰ ਵੀ ਉਸ ਨੂੰ ਸਮਝ ਨਹੀਂ ਆਈ। ਬਾਪੂ ਸਾਨੂੰ ਦੱਸ ਕਿ ਸਾਡੇ ਕਿਹੜੀ ਪ੍ਰੈਣੀ ਪੈ ਰਹੀ ਹੈ ਤੇ ਕਿਹੜਾ ਹੁਕਮ ਅਸੀਂ ਨਹੀਂ ਮੰਨ ਰਹੇ। ਜਦੋਂ ਤੂੰ ਕੇਸ ਕਤਲ ਕਰਵਾਉਂਦਾ ਹੈ ਤਾਂ ਫਿਰ ਕੀ ਹੁੰਦਾ? ਕੁਝ ਸਮੇਂ ਬਾਅਦ ਫੇਰ ਕੇਸ ਉਗਾਉਂਦੇ ਨੇ। ਤੂੰ ਕਟਾਈ ਜਾਂਦਾ, ਪਰ ਵਾਹਿਗੁਰੂ ਫੇਰ ਵੀ ਦੇਈ ਜਾਂਦਾ। ਹੋਰ ਦੇਖ, ਤੂੰ ਦਾੜੀ ਸ਼ੇਵ ਕਰਦਾ ਹੈ, ਰੋਜ਼ ਸ਼ੇਵ ਕਰਦਾ ਹੈ ਅਤੇ ਰੋਜ਼ ਦਾੜੀ ਆ ਜਾਂਦੀ ਹੈ। ਤੂੰ ਸਾਰੀ ਉਮਰ ਸ਼ੇਵ ਕਰੀ ਚੱਲ, ਦੇਖੀ ਸਾਰੀ ਉਮਰ ਹੀ ਤੇਰੇ ਦਾੜੀ ਆਈ ਜਾਣੀ ਹੈ। ਇਸ ਦਾ ਕੀ ਮਤਲਬ ਹੈ, ਕੁਝ ਸਮਝ। ਕੀ ਇਹ ਤੇਰੇ ਮੂੰਹ ਤੇ ਚਪੇੜ ਨਹੀਂ ਪੈ ਰਹੀ ਰੱਬ ਦੀ? ਕੀ ਤੂੰ ਕਦੇ ਜਿੱਤ ਸਕਦਾ ਹੈ? ਕਦੇ ਨਹੀਂ। ਤੂੰ ਰੋਜ਼ ਮੂੰਹ ਤੇ ਬਲੇਡ ਚਲਾਉਂਦਾ ਹੈ ਤੇ ਰੋਜ਼ ਰੱਬ ਤੈਨੂੰ ਦਾੜੀ ਦੇ ਦਿੰਦਾ ਹੈ। ਜੇ ਤੂੰ ਜ਼ਰਾ ਵੀ ਸਮਝਦਾਰ ਹੋਵੇ ਤਾਂ ਕਦੇ ਵੀ ਕੇਸ ਨਾ ਕਤਲ ਕਰੇ। ਬਾਪੂ ਜੀ, ਤੁਹਾਡੀ ਗੱਲ ਬਿਲਕੁਲ ਸਹੀ ਆ। ਮੇਰੇ ਮਾਪੇ ਬਜ਼ੁਰਗ ਸਭ ਸਿੰਘ ਨੇ। ਮੈਂ ਰੱਬ ਦੇ ਹੁਕਮ ਦੇ ਉਲਟ ਹੁਣ ਕਦੇ ਵੀ ਨਹੀਂ ਜਾਣਾ। ਮੈਂ ਹੁਣ ਕਦੇ ਵੀ ਕੇਸ ਨਹੀਂ ਕੱਟੂੰਗਾ। ਸ਼ਾਬਾਸ਼ ਪੁੱਤਰਾ, ਦਿਲ ਖੁਸ਼ ਕੀਤਾ ਈ। ਗੁਰੂ ਸਾਹਿਬ ਤੈਨੂੰ ਸਭ ਖੁਸ਼ੀਆਂ ਬਖਸ਼ਣ। ਗੱਲ ਤਾਂ ਬਾਪੂ ਜੀ ਦੀ 16 ਨੇ ਸੱਚ ਆ। ਰੱਬ ਦੀ ਚਪੇੜ ਰੋਜ਼ ਸਾਡੇ ਪੈਂਦੀ, ਪਰ ਅਸੀਂ ਰੱਬ ਨਾਲ ਪੰਗੇ ਲੈਣੋਂ ਫੇਰ ਵੀ ਨਹੀਂ ਹਟਦੇ। ਤੌਬਾ ਤੌਬਾ, ਮੈਂ ਨਹੀਂ ਕੱਟਦਾ ਕੇਸ ਅੱਜ ਤੋਂ ਬਾਅਦ। ਰੱਬਾ ਮੈਨੂੰ ਮਾਫ ਕਰ ਦੇ। ਸੋ ਸਿੱਖ ਸਖਾ ਬੰਧਤ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਆਪਣੇ ਭਾਣੇ ਜੋ ਚੱਲੈ ਭਾਈ, ਵਿਛੁੜ ਚੋਟਾਂ ਖਾਵੈ। ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ, ਫਿਰ ਫਿਰ ਪਛੋਤਾਵੈ। ਹਰ ਕੇ ਦਾਸ ਸੁਹੇਲੇ ਭਾਈ, ਜਨਮ ਜਨਮ ਕੇ ਕਿਲ ਬਿਖ ਦੁਖ ਕਾਟੇ। ਆਪੇ ਮੇਲ ਮਿਲਾਈ, ਆਪੇ ਮੇਲ ਮਿਲਾਈ।